राग महला तीजा। सुन सुन काम गहेलिए, क्या चलै बाह लुढ़ाए। अपना पिर न पछाणही, क्या मोह दे सह जाए। जिनी सखी कंत पछाणिया, हाँ तिन कै लागू पाए। तिन ही जैसी थी रहा, सतसंगत मेल मिलाए। मुंदे कूड़ मुठी कूड़ियार, फिर प्रभ सच सोहना। पाइये गुर विचार, रहाओ मनमुख कंत ना पछाणई। तिन क्यों रहन बिहाए। गर्भ अटियां तृष्णा जलें, दुख पावें दूजे भाए। शब्द रतियां सुहागणी, तिन विचों होमे जाए। सदा पिर रावें अपना, तिन्ना सुखे सुख विहाए। ज्ञान विहूणी फिर मुतियां, पिरम न पाया जाए। अज्ञान मती अंधेर है, बिन पिर देखे भुख न जाए। आवो मिलो सहेलियो, मैं पिर देह मिलाए। पूरे भाग सतगुर मिले, पिर पाया सच समाए। से सैया सुहागणी, जिनको नदर करे। खसम पछाणे अपना, तन मन आगे दे। घर वर पाया अपना, हौमै दूर करे। नानक शोभावंतियां सुहागणी, अन दिन भगत करे। धन धन गुरु अमरदास सच्चे पातशाह जीव रूप इस्त्री नूं ऐसे सुंदर शब्दां विच प्रेरणा करदे ने कि साडा लोक भी सवर जाए, परलोक भी सवर जाए। क्योंकि गुरमत आशे अनुसार असी सब जीव इस्त्रियां हाँ ते परमात्मा पति हैं। पर ये जीव इस्त्री झूठे पदार्थां दे मोह विच लग के झूठी बन जाती और परमात्मा पति तो विछड़ जाती। इसी तरह दुनियावी इस्त्री भी जेड़ी सोना रुपा रंगुला मोती तय माणक इन्हां चीज़ां विच लग जाती है, वो अपने पति दे प्यार तो टुट जाती। गुरुदेव दोवें पक्ष ध्यान विच रखते हुए समझाउंदे। मुंदे कूड़ मुठी कूड़ियार। मुंदे अखर उस इस्त्री लई वरतिया जांदा है जिहड़ी भर जवानी विच है ते अपनी जवानी जोबन दी मस्ती विच वो अपने पति दी सच्चे मनों कदर नहीं करती। संसारक जीवन विच वेखीदा कई बार पति पत्नी दी बन नहीं आउंदी, घर विच कलेश हो जाता। पर गुरुदेव फरमांदे ने, तन पिर ए ना आखियां, बहन इकट्ठे होए। एक जोत दोए मूर्ति, तन पिर कई सोए। सचमुच इसे तरह जिमें दुनियावी जीवन विच पति पत्नी नूं दो शरीर होंदियां एक जोत बनन दी लोड़ है। ते आम घरां विच वेखीदा है कि जिहड़ियां इस्त्रियां
ਸਿਰਫ ਆਪਣੇ ਖਾਣ ਪਾਨ ਹਾਰ ਸ਼ਿੰਗਾਰ ਵਿੱਚ ਮਸਤ ਰਹਿੰਦੀਆਂ ਨੇ, ਉਹ ਪਤੀ ਦੀ ਉਹ ਖੁਸ਼ੀ ਨਹੀਂ ਲੈ ਸਕਦੀ। ਤਾਂ ਤੇ ਗੁਰਦੇਵ ਸਾਨੂੰ ਦੋਵੇਂ ਪੱਖਾਂ ਤੋਂ ਸਮਝਾਉਂਦੇ, ਮੁੰਦੇ ਕੂੜ ਮੁੱਠੀ ਕੂੜਿਆਰ, ਹੇ ਪਰ ਜਵਾਨੀ ਵਿੱਚ ਮਸਤੀ ਨਾਲ ਮਸਤ ਹੋਈ ਮੁਗਧ ਇਸਤਰੀ। ਕੂੜ ਮੁੱਠੀ, ਕੂੜ ਦੁਆਰਾ ਮੁੱਠੀ ਦਾ ਮਤਲਬ ਹੈ ਠੱਗੀ ਗਈ, ਜਿਹੜੀ ਕੂੜ ਦੇ ਪ੍ਰਭਾਵ ਥੱਲੇ ਆ ਗਈ, ਜਿਹੜੇ ਕੂੜੇ ਪਦਾਰਥਾਂ ਨਾਲ ਮੋਹ ਪਾ ਬੈਠੇ, ਉਹ ਬਣ ਜਾਏਗੀ ਕੂੜਿਆਰ। ਕੂੜਿਆਰ ਕਿਸ ਨੂੰ ਕਹਿੰਦੇ ਨੇ? ਕੂੜ ਦੀ ਵਣਜਾਰਨ, ਕੂੜ ਖਰੀਦਣ ਵਾਲੀ। ਮੁੰਦੇ ਕੂੜ ਮੁੱਠੀ ਕੂੜਿਆਰ, ਪਿਰ ਪ੍ਰਭ ਸਾਚਾ ਸੋਹਣਾ, ਪਾਈਏ ਗੁਰ ਵਿਚਾਰ। ਪਰ ਜਿਹੜਾ ਪ੍ਰਭੂ ਪਿਰ ਹੈ, ਜੋ ਸੱਚਾ ਹੈ ਤੇ ਬੜਾ ਹੀ ਸੁੰਦਰ ਹੈ, ਉਸ ਦੀ ਪ੍ਰਾਪਤੀ ਗੁਰੂ ਦੀ ਵਿਚਾਰ ਨਾਲ ਜੁੜ ਕੇ ਪ੍ਰਾਪਤ ਹੋਵੇ। ਭਾਵ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਉਸ ਦੀ ਪ੍ਰਾਪਤੀ ਹੋ ਸਕਦੀ। ਇਹਨਾਂ ਝੂਠੇ ਪਦਾਰਥਾਂ ਦੀ ਵਣਜਾਣ ਬਣ ਕੇ ਤੂੰ ਕਦੇ ਵੀ ਉਸ ਸੱਚੇ ਤੇ ਸੋਹਣੇ ਪਤੀ ਦੀ ਖੁਸ਼ੀ ਦੀ ਪਾਤਰ ਨਹੀਂ ਬਣ ਸਕਦਾ। ਮੁੰਦੇ ਕੂੜ ਮੁੱਠੀ ਕੂੜਿਆਰ, ਪਿਰ ਪ੍ਰਭ ਸਾਚਾ ਸੋਹਣਾ, ਪਾਈਏ ਗੁਰ ਵਿਚਾਰ। ਉਸ ਦਾ ਪਿਆਰ ਪ੍ਰਾਪਤ ਹੁੰਦਾ ਹੈ ਗੁਰੂ ਦੀ ਵਿਚਾਰ ਨਾਲ। ਇਸੇ ਲਈ ਪਾਤਸ਼ਾਹ ਨੇ ਫਰਮਾਇਆ, ਸੰਤਾਂ ਕੀ ਹੋਏ ਦਾਸਰੀ, ਇਹ ਅਚਾਰਾ ਸਿਖਰੀ। ਸਗਲ ਗੁਣਾ ਗੁਣ ਊਤਮੋ, ਪਰਤਾ ਦੂਰ ਨ ਪਿਖਰੀ। ਇਹ ਮਨ ਸੁੰਦਰ ਆਪਣਾ, ਹਰ ਨਾਮ ਮਜੀਠੈ ਰੰਗਰੀ। ਤਿਆਗ ਸਿਆਣਪ ਚਾਤੁਰੀ, ਤੂੰ ਜਾਣ ਗੋਪਾਲੈ ਸੰਗਰੀ। ਹੇ ਜੀਵ ਇਸਤਰੀ, ਤੂੰ ਇਹ ਚਤੁਰਾਈਆਂ, ਇਹ ਸਿਆਣਪਾਂ, ਇਹ ਆਪਣੇ ਜੋਬਨ, ਆਪਣੀ ਸੁੰਦਰਤਾ ਦਾ ਜਿਹੜਾ ਮਾਣ ਹੈ ਨਾ, ਇਹਨੂੰ ਛੱਡ ਦੇ। ਇਹਦੇ ਛੱਡੇ ਤੋਂ ਬਿਨਾਂ ਤੈਨੂੰ ਪਿਆਰੇ ਦਾ ਪਿਆਰ ਕਦੇ ਪ੍ਰਾਪਤ ਨਹੀਂ ਹੋ ਸਕਦਾ। ਤੋ ਸ਼ਬਦ ਦੀ ਰਹਾਉ ਦੀ ਪੰਕਤੀ ਸਾਨੂੰ ਝੰਜੋੜਦੀ ਹੈ, ਸਾਨੂੰ ਹਲੂਣਾ ਦਿੰਦੀ ਹੈ, ਸਾਨੂੰ ਸਾਡੀਆਂ ਕਮਜ਼ੋਰੀਆਂ ਦਾ ਅਹਿਸਾਸ ਕਰਾਉਂਦੀ ਹੈ। ਮੁੰਦੇ ਕੂੜ ਮੁੱਠੀ ਕੂੜਿਆਰ, ਪਿਰ ਪ੍ਰਭ ਸਾਚਾ ਸੋਹਣਾ, ਪਾਈਏ ਗੁਰ ਵਿਚਾਰ। ਰਹਾਉ। ਹੁਣ ਪਹਿਲੇ ਪਦ ਵੱਲ ਧਿਆਨ ਦਿਓ। ਸੁਣ ਸੁਣ ਕਾਮ ਗਹੇਲੀਏ, ਕਿਆ ਚੱਲੈ ਬਾਹ ਲੁਢਾਏ। ਸੁਣ ਸੁਣ ਦੋ ਵਾਰੀ ਆਖੇ, ਔਰ ਸੁਣਦੇ ਰਾਣੇ ਨੂੰ ਸਿਹਾਰੀ ਹੈ, ਜਿਹਦਾ ਅਰਥ ਹੈ ਸੁਣਨਾ ਕਰ, ਸੁਣਨਾ ਕਰ। ਕਾਮ ਗਹੇਲੀਏ, ਗਹੇਲੀਏ ਦਾ ਮਤਲਬ ਹੈ ਗਹੀ ਹੋਈ, ਪਕੜੀ ਹੋਈ, ਜਿਹੜੀ ਕਾਮਨਾਵਾਂ ਦੇ ਅਧੀਨ ਹੈ। ਭਾਵ ਜਿਹੜੀ ਮਾਇਆ ਦੇ ਪਦਾਰਥਾਂ ਨੂੰ ਪ੍ਰਾਪਤ ਕਰਨ ਦੀ ਖਿੱਚ ਵਿੱਚ ਹੈ। ਸੁਣ ਸੁਣ ਕਾਮ ਗਹੇਲੀਏ, ਕਿਆ ਚੱਲੈ ਬਾਹਾਂ ਲੁਢਾਏ। ਕੀ ਤੂੰ ਬਾਹਾਂ ਲਟਕਾ ਕੇ ਮਸਤੀ ਨਾਲ ਤੁਰਦੀ ਹੈ? ਤੇਰਾ ਇਹ ਮਸਤੀ ਨਾਲ ਤੁਰਨਾ ਉਦੋਂ ਤੱਕ ਸੋਹਣਾ ਨਹੀਂ ਜਦ ਤੱਕ ਤੇਰੇ ਪਿਆਰੇ ਨਾਲ ਪਿਆਰ ਨਹੀਂ ਬਣਦਾ। ਆਮ ਤੌਰ 'ਤੇ ਵੇਖਣ ਵਿੱਚ ਆਉਂਦਾ, ਜਿਸ ਨੂੰ ਪਰਮਾਤਮਾ ਨੇ ਰੂਪ ਦਿੱਤਾ ਹੈ, ਜੋਬਨ ਦਿੱਤਾ ਹੈ, ਜਵਾਨੀ ਦਿੱਤੀ, ਉਹਦੀ ਮਸਤੀ ਵਿੱਚ ਆ ਜਾਂਦੇ। ਅਤੇ ਕਈ ਵਾਰੀ ਐਸੀ ਮਸਤੀ ਵਿੱਚ ਆਈਆਂ ਹੋਈਆਂ ਇਸਤਰੀਆਂ ਆਪਣੇ ਪਤੀ ਦਾ ਉਹ ਸਤਿਕਾਰ, ਉਹ ਪਿਆਰ ਨਹੀਂ ਕਰਦੇ। ਨਤੀਜੇ ਵਜੋਂ ਪਾਤਸ਼ਾਹ ਕਹਿੰਦੇ ਨੇ, ਆਪਣਾ ਪਿਰ ਨਾ ਪਛਾਣਈ, ਕਿਆ ਮੋਹ ਦੇਸੈ ਜਾਏ। ਤੂੰ ਆਪਣੇ ਪਿਰ ਨੂੰ ਪਛਾਣਦੀ ਨਹੀਂ, ਸਿਰਫ ਆਪਣੀ ਜੋਬਨ ਜਵਾਨੀ ਮਸਤੀ ਤੇ ਪਦਾਰਥਾਂ ਵਿੱਚ ਲੱਗੀ ਹੋਈ।
क्या मोह देसें जाए, ਇਹਨੂੰ ਦੇਸੈਂ ਪੜ੍ਹਨਾ। ਹਾਏ ਨੂੰ ਸਿਆਰੀ ਉਚਾਰਨ ਵਾਸਤੇ ਦੱਸਣਾ ਜ਼ਰੂਰੀ ਹੈ। ਔਰ ਇਹਨੂੰ ਮੋਹ ਪੜ੍ਹਨਾ। ਕਿਆ ਮੋਹ ਦੇਸੈਂ ਜਾਏ, ਕੀ ਮੂੰਹ ਦੇਵੇਂਗੀ। ਜਿਸ ਇਸਤਰੀ ਨੇ ਆਪਣੇ ਪਤੀ ਦੀ ਪ੍ਰਸੰਨਤਾ ਹਾਸਲ ਨਹੀਂ ਕੀਤੀ, ਉਹਦੀ ਸਹੁਰੇ ਘਰ ਪੇਕੇ ਘਰ ਕੋਈ ਇੱਜ਼ਤ ਸਨਮਾਨ ਨਹੀਂ ਹੁੰਦਾ। ਇਹ ਤਾਂ ਹੈ ਜੀਵ ਇਸਤਰੀ ਲਈ, ਮੇਰੇ ਤੁਹਾਡੇ ਸਾਰਿਆਂ ਲਈ ਇੱਕ ਉਹ ਉਪਦੇਸ਼ ਜਿਹਦੇ ਨਾਲ ਸਾਨੂੰ ਸੁੱਤਿਆਂ ਨੂੰ ਜਗਾਉਣ ਦਾ ਯਤਨ ਕੀਤਾ। ਸੁਣ ਸੁਣ ਕਾਮ ਗਹੇ ਲੀਏ, ਕਿਆ ਚੱਲਣੇ ਬਾਹ ਲੁੜਾਏ। ਆਪਣਾ ਪਿਰ ਨਾ ਪਛਾਣਹੀ, ਕਿਆ ਮੋਹ ਦੇਸੈਂ ਜਾਏ। ਜਿਨੀ ਸਖੀ ਕੰਤ ਪਛਾਣਿਆ, ਹਉ ਤਿਨ ਕੈ ਲਾਗੂ ਪਾਏ। ਜਿਨ੍ਹਾਂ ਭਾਗਸ਼ਾਲੀ ਇਸਤਰੀਆਂ ਨੇ, ਮੇਰੀਆਂ ਸਖੀਆਂ ਸਹੇਲੀਆਂ ਨੇ, ਆਪਣੇ ਪ੍ਰਭੂ ਕੰਤ ਨੂੰ ਪਛਾਣ ਲਿਆ। ਹਉ ਮੈਂ ਤਿਨ ਕੈ ਲਾਗੂ ਪਾਏ। ਇਹਨੂੰ ਲਾਗੋ ਨਹੀਂ ਕਹਿਣਾ, ਲਾਗੋਂ, ਕਿਉਂਕਿ ਨਾਲ ਹਉ ਆ ਗਿਆ। ਹਉ ਜਿਹੜਾ ਫਸਟ ਪਰਸਨ ਹੈ। ਜਿਨ੍ਹਾਂ ਭਾਗਸ਼ਾਲੀ ਇਸਤਰੀਆਂ ਨੇ ਆਪਣੇ ਕੰਤ ਨੂੰ ਪਛਾਣ ਲਿਆ, ਮੈਂ ਉਹਨਾਂ ਦੇ ਚਰਨੀ ਲੱਗਦੀ। ਤਿਨ ਹੀ ਜੈਸੀ ਥੀ ਰਹਾਂ, ਸਤ ਸੰਗਤ ਮੇਲ ਮਿਲਾਏ। ਮੈਂ ਵੀ ਉਹਨਾਂ ਵਰਗੀ ਥੀ ਰਹਾਂ। ਇਹ ਲਹਿੰਦੀ ਬੋਲੀ ਦਾ ਸ਼ਬਦ ਹੈ ਥੀਣਾ। ਤਿਨ ਹੀ ਜੈਸੀ ਥੀ ਰਹਾਂ, ਭਾਵ ਉਹਨਾਂ ਵਰਗੀ ਬਣ ਜਾਵਾਂ, ਉਹਨਾਂ ਵਰਗੇ ਗੁਣ ਆਪਣੇ ਅੰਦਰ ਧਾਰਨ ਕਰ ਲਵਾਂ। ਸਤ ਸੰਗਤ ਮੇਲ ਮਿਲਾਏ, ਸੱਚੀ ਸੰਗਤ ਵਿੱਚ ਮਿਲ ਕੇ ਮੈਂ ਇਹੋ ਜਿਹੇ ਗੁਣ ਸਿੱਖਾਂ। ਗੁਰਬਾਣੀ ਗੁਰੂ ਜੀ ਤਾਂ ਸਾਨੂੰ ਸਭ ਜੀਵਾਂ ਨੂੰ ਪ੍ਰੇਰਨਾ ਕਰਦੇ। ਭਾਈ ਗੱਲ ਯਾਦ ਰੱਖੋ, ਪੇਵਕੜੇ ਦਿਨ ਚਾਰ ਹੈ, ਸਾਹ ਹੁਰੜੇ ਜਹਾਣਾ। ਪਈੜੇ ਸੋ ਸੇਵ ਤੂੰ, ਸਾਹ ਹੁਰੜੇ ਘਰ ਵਸ। ਗੁਰ ਮਿਲ ਜੱਜ ਅਚਾਰ ਸਿੱਖ, ਤੁਧ ਕਦੇ ਨਾ ਲੱਗੇ ਦੁੱਖ। ਇਹ ਸੰਸਾਰ ਸਾਡਾ ਪੇਕਾ ਘਰ। ਜਿਸ ਤਰ੍ਹਾਂ ਧੀਆਂ ਪੇਕੇ ਘਰ ਵਿੱਚ ਆਪਣੀ ਮਾਂ ਕੋਲੋਂ, ਦਾਦੀ ਕੋਲੋਂ ਗੁਣ ਸਿੱਖਦੀਆਂ ਹਨ, ਤੇ ਜਿਨ੍ਹਾਂ ਬੱਚੀਆਂ ਨੇ ਗੁਣ ਸਿੱਖੇ ਹੁੰਦੇ ਨੇ, ਉਹ ਫਿਰ ਪਤੀ ਦੇ ਘਰ, ਸਹੁਰੇ ਘਰ ਜਾ ਕੇ ਇੱਜ਼ਤ ਪ੍ਰਾਪਤ ਕਰਦੀਆਂ। ਇਸੇ ਤਰ੍ਹਾਂ ਸਤ ਸੰਗਤ ਵਿੱਚ ਮਿਲ ਕੇ ਅਸੀਂ ਉਹ ਗੁਣ ਸਿੱਖਣੇ ਹਨ, ਆਪਣੇ ਅੰਦਰ ਉਹ ਸਿਫਤਾਂ ਪੈਦਾ ਕਰਨੀਆਂ ਨੇ। ਤੋਂ ਪਹਿਲੇ ਪਦ ਦੀ ਵਿਚਾਰ ਇੱਥੇ ਸੰਪੂਰਨ ਹੋਈ। ਸੁਣ ਸੁਣ ਕਾਮ ਗਹੇ ਲੀਏ, ਕਿਆ ਚੱਲਣੇ ਬਾਹਾਂ ਲੁਡਾਏ। ਆਪਣਾ ਪਿਰ ਨਾ ਪਛਾਣਹੀ, ਕਿਆ ਮੋਹ ਦੇਸੈਂ ਜਾਏ। ਜਿਨੀ ਸਖੀ ਕੰਤ ਪਛਾਣਿਆ, ਹਉ ਤਿਨ ਕੈ ਲਾਗੂ ਪਾਏ। ਤਿਨ ਹੀ ਜੈਸੀ ਥੀ ਰਹਾਂ, ਸਤ ਸੰਗਤ ਮੇਲ ਮਿਲਾਏ। ਮੁੰਦੇ ਕੂੜ ਮੁੱਠੀ ਕੂੜਿਆਰ, ਪਿਰ ਪ੍ਰਭ ਸਾਚਾ ਸੋਹਣਾ। ਪਾਈਐ ਗੁਰ ਵਿਚਾਰ ਰਹਾਓ। ਹੁਣ ਦੂਜੇ ਪਦ ਵਿੱਚ ਪਾਤਸ਼ਾਹ ਦੂਜਾ ਪੱਖ ਬਿਆਨ ਕਰਦੇ। ਮਨਮੁਖ ਕੰਤ ਨਾ ਪਛਾਣਈ, ਤਿਨ ਕਿਉਂ ਰਹਿਣ ਵਿਹਾਏ। ਜਿਹੜੇ ਮਨ ਦੇ ਪਿੱਛੇ ਤੁਰਨ ਵਾਲੀਆਂ ਨੇ, ਜਿਨ੍ਹਾਂ ਨੇ ਆਪਣੇ ਜੀਵਨ ਦਾ ਲਕਸ਼ ਪਤੀ ਨੂੰ ਪ੍ਰਸੰਨ ਕਰਨਾ ਨਹੀਂ, ਬਲਕਿ ਸੰਸਾਰੀ ਚੀਜ਼ਾਂ ਨੂੰ ਇਕੱਠਿਆਂ ਕਰਨਾ ਬਣਾ ਲਿਆ, ਉਹ ਆਪਣੇ ਕੰਤ ਦੀ ਪਛਾਣ ਨਹੀਂ ਕਰਦੀ, ਭਾਵ ਕੰਤ ਦੀ ਇੱਜ਼ਤ ਨਹੀਂ ਕਰਦੀਆਂ, ਕੰਤ ਦੇ ਮਨ ਨੂੰ ਪ੍ਰਸੰਨ ਕਰਨ ਵਾਲੇ ਗੁਣ ਧਾਰਨ ਨਹੀਂ ਕਰਦੀਆਂ। ਮਨਮੁਖ ਕੰਤ ਨਾ ਪਛਾਣਹੀ, ਤਿਨ ਕਿਉਂ ਰਹਿਣ ਵਿਹਾਏ। ਉਹਨਾਂ ਦੀ ਜ਼ਿੰਦਗੀ ਰੂਪੀ ਰਾਤ ਕਿਵੇਂ ਸੁੱਖ ਵਿੱਚ ਬਤੀਤ ਹੋਵੇ। ਇੱਥੇ ਕਿਉਂ ਦਾ ਮਤਲਬ ਹੈ ਕਿਵੇਂ, ਰਹਿਣ ਦਾ ਮਤਲਬ ਹੈ ਰਾਤ, ਜ਼ਿੰਦਗੀ ਰੂਪੀ ਰਾਤ। ਵਿਹਾਏ ਦਾ ਮਤਲਬ ਕਿਵੇਂ ਬੀਤੇਗੀ। ਗਰਭ ਅਟੀਆਂ ਤ੍ਰਿਸ਼ਨਾ ਜਲੈ,
दुख पावै दूजै बहाए। गर्भ ये बब्बे नूं सियारी है। दास अक्सर दसदा है कि गुरबाणी विच ये अखर दो रूपां विच आउंदा, एक भब्बे नाल आउंदा, एक बब्बे नाल आउंदा। बब्बे नाल उचारण करना गर्भ, भब्बे नाल उचारण करना गर्भ। गर्भ का मतलब है माया दे पेट की गल, उधर की गल। और गर्भ का अर्थ है अहंकार। हुण बब्बे नूं सिहारी लगन दे नाल अहंकार विच अट्टियां नक्को नक भरियां होईयां ने। गर्भ अट्टियां तृष्णा जलै, तृष्णा रूपी अग में सड़दियां ने। दुख पावै दूजै भाए, और वो दूजे भाए अपने पति का प्यार छड्ड के माया दे प्यार विच लग के दुख प्राप्त करदियां हन। शब्द रतियां सुहागणी, तिन विचों होमै जाए। शब्द रतियां, शब्द विच रंगियां हुईयां ने, भाव जिन्हां ने गुरु दे शब्द तो प्रेरणा लैके सिक्ख्या लैके अपने अंदर दैवी गुण धारण कीते हन। तिन विचों होमै जाए, उन्हां दे अंदरों होमे दूर हो जाती। ते सदा पिर रामै अपना, तिन्ना सुखे सुख विहाए। वो फिर सदा अपने पिर पति का प्यार माणदियां हन ते उन्हां दी सारी जिंदगी सुखे सुख विहाए, सुख विच ही बतीत हुंदी। उन्हां नूं कदे विछोड़े का दुख आउंदा ही नहीं। हुण महाराज कारण दसदे ने क्यों जीव रूप इस्तरी परमात्मा पति तो टुट जाती। ज्ञान विहूणी पिर मुतीया, पिरम न पाया जाए। ज्ञान तो विहूणी, जिन्हों ज्ञान नहीं है, जिसनों ये पता नहीं कि इन्हां पदार्थां दा प्यार मेरा कोई सवार नहीं सकता, वो पिर मुतीयां, वो अपने प्यारे तो विछड़ गई। पिरम न पाया जाए, वो फिर अपने प्यारे दा प्यार कदे मान नहीं सकती, क्योंकि ज्ञान नहीं है। अज्ञान मती अंधेर है, बिन पिर देखे भुख ना जाए। अज्ञान मती, अज्ञान दे असर थले जो जीव रूप स्त्रियां आ गई, उन्हां लई बस अंधेरा ही अंधेरा। ये अज्ञानता अंधेरा है। देखो अंधेरे ते चानण की मिसाल गुरबाणी विच आम वरती। अंधेरे कारण मनुख रस्ता भुल जाता, अंधेरे कारण मनुख नूं उच्ची नीवी जगह का पता नहीं लगता, ठीक गलत का निर्णय नहीं हो सकता। अज्ञान मती अंधेर है, बिन पिर देखे भुख ना जाए। बिना प्यारे दे दर्शन कीतियां, बिना पति दे प्यार माणे तो उन्हां दी भुख कदे जांदी ही नहीं। फिर पात सकते ने आवो मिलो सहेलियो, मैं पिर देह मिलाए। आओ सत्संगन सहेलियो, आओ मिलो, भाव आओ रल के सत्संग करिए और मैनू कृपा करके मैं विछड़ी हुई नूं मैं पिर देह मिलाए, मैनू प्यारे नाल मेल देना करो। पूरे भाग सतगुर मिले, फिर पाया सच समाए। ते जिन्हां दे पूरे भाग, पूरे भाग करके सतगुर मिले, सतगुरु की संगत मिल जाए, सतगुरु का उपदेश सुन के मन लैन, सतगुरु के दसे राह ते चलन। सतगुरु की दसते हैं? वो कहते ने अपने भरते नूं हाजर नाजर समझो, आओ सत संगत विच बह के उहदे गुण गायन करी। आवो मिलो सहेलियो, सचड़ा नाम ले हाँ। आओ रल के उहदे सच्चे नाम नूं लेना करी। संतां की होए दासरी, एह अचारा सिखरी।
ਕਿਉਂਕਿ ਬੀਬੀਆਂ ਵਿੱਚ ਆਚਾਰ ਵਿਹਾਰ ਸ਼ਬਦ ਆਮ ਵਰਤਿਆ ਜਾਂਦਾ। ਜਿਸ ਨੂੰ ਢੰਗ ਤਰੀਕਾ ਸਲੀਕਾ ਨਾ ਆਉਂਦਾ ਹੋਵੇ ਤਾਂ ਅਕਸਰ ਕਿਹਾ ਜਾਂਦਾ ਤੈਨੂੰ ਆਚਾਰ ਨਹੀਂ ਸਿਖਾਇਆ, ਕਿਸੇ ਨੂੰ ਤੈਨੂੰ ਚੱਜ ਨਹੀਂ ਸਿਖਾਇਆ। ਪਾਤਸ਼ਾਹ ਬਿਲਕੁਲ ਉਹੀ ਸ਼ਬਦਾਵਲੀ ਵਰਤੇ, ਸੰਤਾਂ ਕੀ ਹੋਏ ਦਾਸਰੀ, ਇਹ ਆਚਾਰਾ ਸਿਖਰੀ, ਸਗਲ ਗੁਣਾ ਗੁਣ ਉਤਮੋ, ਪਰਤਾ ਦੂਰ ਨ ਪਿਖਰੀ। ਇਹ ਮਨ ਸੁੰਦਰ ਹੈ ਆਪਣਾ, ਇੱਥੇ ਸੁੰਦਰ ਦੇ ਰਾਰੇ ਨੂੰ ਸਿਆਰੀ ਹੈ। ਇਹ ਸੁੰਦਰ ਮਨ ਲਈ ਨਹੀਂ, ਹੈ ਸੁੰਦਰੀ, ਇਹ ਜਿਹੜਾ ਤੇਰਾ ਮਨ ਹੈ ਨਾ, ਇਹ ਮਨ ਸੁੰਦਰ ਆਪਣਾ, ਹਰ ਨਾਮ ਮਜੀਠੈ ਰੰਗਰੀ, ਤਿਆਗ ਸਿਆਣਪ ਚਾਤੁਰੀ, ਤੂੰ ਜਾਣ ਗੋਪਾਲੈ ਸੰਗਰੀ। ਪਰਤਾ ਕਹਿ ਸੁਮਾਨੀਐ, ਇਹ ਸਿੰਗਾਰ ਬਣਾਏਰੀ, ਗੁਰ ਕਾ ਸ਼ਬਦ ਕਰ ਦੀਪਕੋ, ਇਹ ਸਤ ਕੀ ਸੇਜ ਵਿਛਾਏਰੀ। ਆਵੋ ਮਿਲੋ ਸਹੇਲਿਓ, ਮੈਂ ਫਿਰ ਦੇਹ ਮਿਲਾਏ, ਪੂਰੇ ਭਾਗ ਸਤਿਗੁਰ ਮਿਲੇ, ਫਿਰ ਪਾਇਆ ਸੱਚ ਸਮਾਏ। ਬਸ ਜਿਨ੍ਹਾਂ ਨੂੰ ਪੂਰੇ ਭਾਗ ਕਰਕੇ ਸਤਿਗੁਰੂ ਦਾ ਮਿਲਾਪ ਹੋ ਜਾਏ, ਉਹਨਾਂ ਨੂੰ ਫਿਰ ਪਿਰ ਦੀ ਪ੍ਰਾਪਤੀ ਹੋ ਜਾਂਦੀ। ਸੇ ਸਈਆਂ ਸੁਹਾਗਣੀ, ਜਿਨ ਕੋ ਨਦਰ ਕਰੇ। ਉਹ ਸਈਆਂ, ਉਹ ਸਹੇਲੀਆਂ ਸੁਹਾਗਣਾ, ਜਿਨ ਕੋ ਨਦਰ ਕਰੇ, ਜਿਨ੍ਹਾਂ ਉੱਤੇ ਪਰਮਾਤਮਾ ਪਤੀ ਦੀ ਨਜ਼ਰ ਹੋ ਗਈ। ਖਸਮ ਪਛਾਣੈ ਆਪਣਾ, ਤਨ ਮਨ ਆਗੇ ਦੇ। ਉਹ ਫਿਰ ਆਪਣੇ ਖਸਮ ਦੀ ਪਛਾਣ ਕਰ ਲੈਂਦੀਆਂ, ਭਾਵ ਖਸਮ ਦੇ ਸੁਭਾਅ ਨੂੰ ਜਾਣ ਲੈਂਦੀਆਂ ਨੇ ਵੀ ਮੇਰੇ ਪਤੀ ਨੂੰ ਕਿਹੜੀ ਗੱਲ ਚੰਗੀ ਲੱਗਦੀ। ਪੜ੍ਹੋ ਕਦੇ ਸ਼ਬਦ ਹਜ਼ਾਰੇ, ਉਹਦੇ ਵਿੱਚ ਸਭ ਕੁਝ ਗੁਰਦੇਵ ਨੇ ਸਮਝਾਇਆ। ਭੈਕੀਆਂ ਦੇ ਸਲਾਈਆਂ ਨੈਣੀ, ਭਾਵ ਕਾ ਕਰ ਸਿੰਗਾਰੂ, ਤਾਂ ਸੁਹਾਗਣ ਜਾਣੀਏ ਲਾਗੀ, ਜਾਂ ਸ਼ਾਇਦ ਧਰੇ ਪਿਆਰੂ। ਸੇ ਸਈਆਂ ਸੁਹਾਗਣੀ, ਜਿਨ ਕੋ ਨਦਰ ਕਰੇ। ਕਸਮ ਪਛਾਣੇ ਆਪਣਾ, ਤਨ ਮਨ ਆਗੇ ਦੇ। ਉਹ ਫਿਰ ਆਪਣਾ ਤਨ ਤੇ ਮਨ ਆਗੇ ਦੇ ਆਪਣੇ ਪਤੀ ਦੇ ਹਵਾਲੇ ਕਰ ਦਿੰਦੀ, ਭਾਵ ਕਿਸੇ ਚੀਜ਼ ਦਾ ਅਹੰਕਾਰ ਨਹੀਂ ਕਰਦੀ, ਬਲਕਿ ਭਗਤ ਫਰੀਦ ਜੀ ਦੇ ਕਹਿਣ ਵਾਂਗੂ ਆਮ ਤੌਰ 'ਤੇ ਅਸੀਂ ਬਚਪਨ ਤੋਂ ਇਹ ਕਹਿੰਦੇ ਸੁਣਦੇ ਆ ਰਹੇ ਹਾਂ ਕਿ ਕਿਸੇ ਇਸਤਰੀ ਨੇ ਭਗਤ ਜੀ ਨੂੰ ਪੁੱਛਿਆ, ਭਗਤ ਜੀ ਤੁਸੀਂ ਆਪਣੇ ਖੁਦਾ ਨੂੰ, ਆਪਣੇ ਅੱਲਾ ਨੂੰ ਵਸ ਵਿੱਚ ਕਰ ਲਿਆ, ਮੈਨੂੰ ਵੀ ਜਾਚ ਦੱਸੋ। ਕਮਣ ਸੋ ਅੱਖਰ, ਕਮਣ ਗੁਣ, ਕਮਣ ਸੁਮਣੀਆਂ ਮੰਤ, ਕਮਣ ਸੋਵੇ ਸੋ ਹਉਕਰੀ, ਜਿਤ ਵਸ ਆਵੇ ਕੰਤ। ਫਿਰ ਅਗਲੇ ਸ਼ਲੋਕ ਵਿੱਚ ਭਗਤ ਜੀ ਕਹਿੰਦੇ ਨੇ, ਨਿਮਣ ਸੋ ਅੱਖਰ, ਖਵਣ ਗੁਣ, ਜੇ ਬਾਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ, ਤਾਂ ਵਸ ਆਵੀ ਕੰਤ। ਤੋ ਜਿਨ੍ਹਾਂ ਨੂੰ ਫਿਰ ਪੂਰੇ ਗੁਰੂ ਦੀ ਮੱਤ ਆ ਜਾਂਦੀ, ਖਸਮ ਪਛਾਣੈ ਆਪਣਾ, ਤਨ ਮਨ ਆਗੇ ਦੇ। ਘਰ ਵਰ ਪਾਇਆ ਆਪਣਾ, ਹਉ ਮੈਂ ਦੂਰ ਕਰੇ। ਘਰ ਦੇ ਰਾਰੇ ਨੂੰ ਸਿਆਰੀ ਹੈ, ਉਹਨਾਂ ਨੇ ਆਪਣੇ ਹਿਰਦੇ ਰੂਪੀ ਘਰ ਵਿੱਚ ਹੀ ਉਸ ਪਰਮਾਤਮਾ ਪਤੀ ਵਰ ਨੂੰ ਪਾ ਲਿਆ ਤੇ ਹਉਮੈ ਦੂਰ ਕਰੇ, ਆਪਣੇ ਅੰਦਰੋਂ ਹਉਮੈ ਨੂੰ ਦੂਰ ਕਰ ਦਿੱਤਾ। ਨਾਨਕ ਸੋਭਾਵੰਤੀਆਂ ਸੁਹਾਗਣੀ, ਅੰਨ ਦਿਨ ਭਗਤ ਕਰੇ। ਨਾਨਕ ਜੀ ਫਰਮਾਉਂਦੇ ਹਨ, ਸੋਭਾਵੰਤੀਆਂ ਸੁਹਾਗਣੀ, ਉਹ ਇਸਤਰੀਆਂ ਸੁਹਾਗਣਾ ਹਨ ਤਥਾ ਸ਼ੋਭਾ ਵਾਲੀਆਂ ਹਨ। ਤੇ ਉਹਨਾਂ ਦੀ ਪਛਾਣ ਕੀ ਹੈ? ਅੰਨ ਦਿਨ ਭਗਤ ਕਰੇ, ਦਿਨੇ ਰਾਤੀ ਉਹ ਫਿਰ ਆਪਣੇ ਮਾਲਕ ਦੀ ਭਗਤੀ ਕਰਦੀਆਂ। ਭਗਤ ਦੇ ਤੱਤੇ ਨੂੰ ਸਿਆਰੀ ਹੈ, ਉਹ ਫਿਰ ਭਗਤੀ ਕਰਦੀਆਂ, ਕਦੇ ਅੱਕਦੀਆਂ ਨਹੀਂ, ਥੱਕਦੀਆਂ ਨਹੀਂ। ਤਾਂ ਤੇ ਇਸ ਸ਼ਬਦ ਵਿੱਚ ਗੁਰੂ ਅਮਰਦਾਸ ਜੀ ਨੇ ਬੜਾ ਡੂੰਘਾ ਉਪਦੇਸ਼ ਬਖਸ਼ਿਸ਼ ਕੀਤਾ ਤੇ ਜੀਵ ਇਸਤਰੀ ਨੂੰ ਆਖਿਆ, ਮੁੰਦੇ ਕੂੜ ਮੁੱਠੀ ਕੂੜਿਆਰ,
फिर प्रभ साचा सोहना पाइए गुर विचार। तो सानू जग्यासुआं नू तरीका समझाया, इस ढंग नाल अपने परमात्मा पति नू पाओ ते अपना जीवन सफल करके सुहागना बन जाओ।